डियर स्टूडेंट, BA फस्ट ईयर सैकेंड समैसटर। अज असी इलैक्टिव पंजाबी का अगे काम करांगे। असी जिहड़ा कवि जसवंत दी दे उहदी पहली कविता जिहड़ी है सवालीए फिक्रे, उनका प्रसंग सहित व्याख्या ते विषय वस्तु सार कर चुके हैं। दूसरी कविता है बलदा प्रश्न, उहदे प्रसंग सहित व्याख्या ते सार कर चुके हैं। अगे गल्लां करो ते पुछो पुछो कि तुहाडे लक दुआले तड़ांगी च इन्ना भार कौन बन गया है। ਤਾਂ ਪ੍ਰਸੰਗ ਵਿੱਚ ਆਪਾਂ ਲਿਖਾਂਗੇ ਇਹ ਕਾਵ ਟੋਟਾ ਨਕਸ਼ ਨੁਹਾਰ ਕਾਵ ਸੰਗ੍ਰਹਿ ਵਿੱਚ ਦਰਜ ਜਸਵੰਤ ਦੀ ਕਵਿਤਾ ਪੁਰਖਿਆਂ ਨਾਲ ਗੱਲਾਂ ਕਰੋ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਵੱਡੇ ਵਡੇਰਿਆਂ ਦੁਆਰਾ ਰਸਮਾਂ ਰੀਤਾਂ ਤੇ ਅੰਧ ਵਿਸ਼ਵਾਸਾਂ ਵਿੱਚ ਬੰਨੇ ਸਮਾਜ ਦੇ ਵਰਤਾਰੇ ਪ੍ਰਤੀ ਉਦਾਸੀਨਤਾ ਦੇ ਭਾਵ ਪ੍ਰਗਟ ਕਰਦਿਆਂ ਅੱਗੋਂ ਇਹਨਾਂ ਤੋਂ ਛੁਟਕਾਰਾ ਪਾਉਣ ਦੀ ਪ੍ਰੇਰਨਾ ਦਿੰਦਾ ਹੈ। ਵਿਆਖਿਆ ਤਾਂ ਕਵੀ ਕਹਿੰਦੇ ਕਿ ਆਪਣੇ ਵੱਡੇ ਵਡੇਰਿਆਂ ਨਾਲ ਗੱਲਾਂ ਕਰੋ। ਪੁਰਖਿਆਂ ਦਾ ਮਤਲਬ ਕਿ ਵੱਡ ਵਡੇਰੇ ਗੱਲਾਂ ਕਰੋ ਅਤੇ ਉਹਨਾਂ ਨੂੰ ਪੁੱਛੋ ਕਿ ਤੁਹਾਡੇ ਦੇ ਲੱਕ ਦੇ ਦੁਆਲੇ ਤੜਾਂਗੀ ਅਰਥਾਤ ਰਸਮਾਂ ਰੀਤਾਂ ਦੇ ਅੰਧ ਵਿਸ਼ਵਾਸਾਂ ਦਾ ਇੰਨਾ ਭਾਰ ਕੌਣ ਬਣ ਗਿਆ। ਇਹ ਭਾਰ ਅਸਹਿ ਮਤਲਬ ਸਾਡੇ ਕੋਲ ਅਸਹਿ ਨਹੀਂ ਹੁੰਦਾ, ਮਤਲਬ ਇਹ ਅਸੀਂ ਇਹਦਾ ਭਾਰ ਨਹੀਂ ਚੁੱਕ ਸਕਦੇ। ਤਾਂ ਸਟੂਡੈਂਟ ਅਗਲਾ ਪੈਰਾ ਤੁਸੀਂ ਕਰ ਲਿਆ ਜੀ। ਸਾਰੇ ਪੈਰੇ ਸੌਖੇ ਨੇ। ਇਹਦਾ ਐੜਾ ਈੜੀ, ਉਸ ਤੋਂ ਬਾਅਦ ਇਹਦਾ ਸੱਸਾ ਪੈਰਾ, ਉਸ ਤੋਂ ਬਾਅਦ ਆਪਣੇ ਕੋਲ ਚੌਥੀ ਕਵਿਤਾ ਹੈ ਜਸਵੰਤ ਦੀ ਕਿਉਂਕਿ ਪੇਪਰ ਨੇੜੇ ਨੇ ਇਸ ਕਰਕੇ ਅੱਗੇ ਕੰਮ ਕਰ ਰਹੇ ਹਾਂ। ਚੌਥੀ ਕਵਿਤਾ ਕੋਈ ਸੱਚ ਨਹੀਂ ਹੁੰਦਾ। ਮੈਂ ਬਹੁਤ ਸਾਰੀਆਂ ਸਾਜ਼ਿਸ਼ਾਂ, ਭੇਦ ਭਰੀਆਂ ਗੱਲਾਂ, ਬਦਲਿਆਂ ਦੀ ਭਾਵਨਾ, ਮੁਫਤਾਂ ਦੀਆਂ ਸ਼ਹਿਬਰਾਂ, ਨਫ਼ਰਤਾਂ ਦੇ ਗੁਬਾਰਾ ਅਤੇ ਹਜ਼ਾਰਾਂ ਕਿਸਮ ਦੇ ਲੋਕ ਓਹਲਿਆਂ ਨਾਲ ਭਰਪੂਰ ਨਾਲ ਭਰਿਆ ਸਿੱਧਾ ਸਾਦਾ ਆਦਮੀ ਹਾਂ। ਇੰਝ ਤਾਂ ਪ੍ਰਸੰਗ ਵਿੱਚ ਆਪਾਂ ਲਿਖਾਂਗੇ ਇਹ ਕਾਵ ਟੋਟਾ ਨਕਸ਼ ਨੁਹਾਰ ਕਾਵ ਸੰਗ੍ਰਹਿ ਵਿੱਚ ਦਰਜ ਜਸਵੰਤ ਦੀ ਕਵਿਤਾ ਕੋਈ ਸੱਚ ਨਹੀਂ ਹੁੰਦਾ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਵਿਅੰਗ ਮੂਲਕ ਵਿਧੀ ਰਾਹੀਂ ਵਰਤਮਾਨ ਮਨੁੱਖ ਦੇ ਦੁਬਦਾ ਭਰੇ ਅਸੰਤੁਲਿਤਵਾਦ ਜੀਵਨ ਨੂੰ ਪੇਸ਼ ਕੀਤਾ ਹੈ, ਜੋ ਕਿ ਆਪਣੇ ਸੱਚ ਲੁਕਾ ਕੇ ਰੱਖਦਾ ਅਤੇ ਇਹਨਾਂ ਦੇ ਸਾਹਮਣੇ ਆਉਣ ਤੋਂ ਘਬਰਾਉਂਦਾ ਹੈ। ਤਾਂ ਵਿਆਖਿਆ ਵਿੱਚ ਕਵੀ ਕਹਿੰਦਾ ਸਾਜ਼ਿਸ਼ਾਂ ਕੀ ਨੇ, ਜੁਰਮ ਕਰਨ ਵਾਲਿਆਂ ਦਾ ਏਕਾ, ਭੇਦ ਭੇਤ, ਮੁਹੱਬਤ ਪ੍ਰੇਮ ਪਿਆਰ, ਸ਼ਹਿਬਰ ਵਰਖਾ, ਗੁਬਾਰ ਧੂਆਂ, ਅਡੋਲ ਜੋ ਡੋਲੇ ਨਾ। ਤਾਂ ਵਿਆਖਿਆ ਵਿੱਚ ਕਵੀ ਕਹਿੰਦਾ ਕਿ ਉਹ ਆਪਣੇ ਅੰਦਰ ਬਹੁਤ ਸਾਰੀਆਂ ਸਾਜ਼ਿਸ਼ਾਂ, ਭੇਦ ਭਰੀਆਂ ਗੱਲਾਂ, ਬਦਲਿਆਂ ਦੀ ਭਾਵਨਾ, ਪ੍ਰੇਮ ਪਿਆਰ ਦੀਆਂ ਸ਼ਹਿਬਰਾਂ, ਨਫ਼ਰਤ ਦੇ ਧੂਏ ਅਤੇ ਹੋਰ ਹਜ਼ਾਰਾਂ ਕਿਸਮ ਦੇ ਲੋਕੇ ਜਾਂ ਓਹਲੇ ਵਿੱਚ ਕੀਤੇ ਗਲਤ ਕੰਮਾਂ ਨਾਲ ਭਰਿਆ ਹਾਂ, ਪਰ ਇਸ ਦੇ ਬਾਵਜੂਦ ਸਿੱਧਾ ਸਾਦਾ ਆਦਮੀ ਕਹਾਉਂਦਾ ਹਾਂ। ਉਸ ਨੂੰ ਹੈਰਾਨੀ ਹੈ ਕਿ ਅਜਿਹੀਆਂ ਬੁਰਾਈਆਂ ਨਾਲ ਭਰਿਆ ਹੋਇਆ ਵੀ ਉਹ ਅਡੋਲ ਤੁਰ ਰਿਹਾ ਹੈ, ਪਰ ਇਸ ਅਡੋਲਤਾ ਨੂੰ ਕਾਇਮ ਰੱਖਣ ਲਈ ਉਹ ਟੇਢਾ ਜੀਵਨ ਜੀਉ ਰਿਹਾ ਹੈ, ਅਰਥਾਤ ਉਸ ਦੀ ਜੀਵਨ ਸ਼ੈਲੀ ਵਿੱਚ ਸੰਤੁਲਨ ਨਹੀਂ। ਤਾਂ ਸਟੂਡੈਂਟ ਅਗਲਾ ਐੜਾ ਪੈਰਾ ਤੁਸੀਂ ਆਪ ਕਰਨਾ ਬੁੱਕ ਤੋਂ। ਅੱਗੇ ਈੜੀ ਪੈਰਾ ਵੀ ਤੁਸੀਂ ਕਰਨਾ ਹੈ। ਤਾਂ ਕੋਈ ਸੱਚ ਨਹੀਂ ਹੁੰਦਾ, ਇਹਦਾ ਆਪਾਂ ਸਾਰ ਕਰ ਲੈਂਦੇ ਹਾਂ। ਤਾਂ ਕੋਈ ਸੱਚ ਨਹੀਂ ਹੁੰਦਾ ਕਵਿਤਾ ਵਿੱਚ ਆਏ ਵਿਚਾਰਾਂ ਦਾ ਸਾਰ ਲਿਖੋ। ਕੋਈ ਸੱਚ ਨਹੀਂ ਹੁੰਦਾ ਕਵਿਤਾ ਜਸਵੰਤ ਦੀ ਰਚਨਾ ਹੈ। ਇਸ ਕਵਿਤਾ ਵਿੱਚ ਕਵੀ ਨੇ ਵਿਅੰਗ ਮੂਲਕ ਵਿਧੀ ਰਾਹੀਂ ਵਰਤਮਾਨ ਮਨੁੱਖ ਦੇ ਦੁਬਦਾ ਭਰੇ ਅਸੰਤੁਲਿਤ ਕਿ ਵਰਤਮਾਨ ਸਿੱਧਾ ਸਾਦਾ ਦਿਸਣ ਵਾਲਾ ਮਨੁੱਖ ਆਪਣੇ ਅੰਦਰ ਬਹੁਤ ਸਾਰੀਆਂ ਸਾਜ਼ਿਸ਼ਾਂ, ਭੇਦ ਭਰੀਆਂ ਗੱਲਾਂ, ਬਦਲਿਆਂ ਦੀ ਭਾਵਨਾ, ਮੁਹੱਬਤ, ਨਫ਼ਰਤ ਅਤੇ ਹੋਰ ਹਜ਼ਾਰਾਂ ਕਿਸਮ ਦੇ ਲੋਕੇ ਜਾਂ ਲੋਕਾਂ ਤੋਂ ਓਹਲੇ ਰੱਖ ਕੇ ਕੀਤੇ ਕੰਮਾਂ ਨਾਲ ਭਰਿਆ ਆਪਣੇ ਆਪ ਨੂੰ ਅਡੋਲ ਰੱਖਣ ਲਈ ਟੇਢਾ ਤੁਰਦਾ ਹੈ। ਉਹ ਸੋਚਦਾ ਕਿ ਉਸਦੇ ਅੰਦਰਲੇ ਅਸਲੀ
सच बारे जेकर कोई सुने या जाने तो हैरान होने तो पहला उसका कतल करने बारे सोचेगा। ये सच इन्ने डरावने हैं कि बंदा आप ही इन्हों तो दूर भजन की कोशिश करता है। वो जानता है कि सच जेकर नंगा होवेगा, जेकर सच नंगा हो जाएगा तो वो बहुत बुरा होता है। इस करके वो अजे बंदे की तलाश में रहिंदा जिसनों वो सारे सच दस सके। वो जानता होंदा है कि दोस्त मेहरबान तो होंदे हैं परंतु सच सुनने के काबिल नहीं होंदे, क्योंकि कोई भी अपना सच जाहिर नहीं होने देना चाहता। इस करके वो अजे बंदे की पाल कर रहा है जिहड़ा उसनूं कतल तो बेशक कर देवे पर उसके सच नशर ना होने देवे ते वो अपने सारे सच भी उस तो लुका के रखे। अगली ये कविता हैगी है पुट्ठी छाल। स्टूडेंट दिल करता है छाल कोई पुट्ठी मारा, टप जावां ये छोटेपन दियां निक्कियां निक्कियां पीड़ां, रहू रीतां दे रस्से संस्कारां दे टोए टिब्बे टप जावां। तो इहदे विच सिर्फ इन्ना ही है। कवि कहता कि दिल करता कि वो अजिहा कोई पुट्ठी छाल मारे जिस तरह छोटेपन दियां निक्कियां निक्कियां बहुत सारी गल्लां, रहू रीतां, बंधन, संस्कारां दे टिब्बे टोए टप के इन्हां तो मुक्त हो जाए। तो यह भी प्रसंग तुसीं अपने आप कर लिया जी। प्रश्न जसवंत दीयां जिन्नियां कवितावां नक्श नुहार पुस्तक में दर्ज हैं उन्हां दे नाम लिखो। सवालिया फिक्रे बलदा प्रश्न, पुरखियां नाल गल्लां करो, कोई सच नहीं हुंदा दी पुट्ठी छाल। तो सवालिया फिक्रे बलदा प्रश्न, पुरखियां नाल गल्लां करो, पुट्ठी छाल कविता किसकी रचना है? जसवंत दीप दी। सवालिया फिक्रे कविता का विशा की है? सवालिया फिक्रे कविता का विशा मनुख की स्वै केंद्रित हो रही जिंदगी के वरतारे नूं व्यंग मूलक विधि राਹੀਂ पेश करना है। सवालिया फिक्रे कविता के केंद्री भाव लिखो। वर्तमान मनुख का जीवन स्वै केंद्रित हो चुका है। वो माता पिता, दोस्तों, प्रेमकों या पत्नी संबंधी कोई वफादारी या जिम्मेवारी अपने सिर ते लैण लई तैयार नहीं। उसके बच्चे अगों उस तो वध स्वै केंद्रित हो रहे हैं। प्रश्न नंबर 5, कवि माँ बाप को किस मंतव लिए जाना चाहता है? कवि अपने माँ बाप को इस मंतव लिए जाना चाहता है ताकि उन्होंने पुछ सके कि उस अपने उन्हों का भार चुकदे उसकी वहंगी और मोढे थक गए हैं। वो उसनूं दसन कि इन्हां विचों किहड़ी चीज़ बदल ली जाए। उन्हां दी सवारी का साधन या समुचा सफ़र अर्थात अज उस स्वै केंद्रित मनुख के रूप में मापियां की मर्जी अनुसार उन्हां दी इच्छावां ते लोड़ां पूरीआं करन तो उकताया हुआ है। वो किसी न किसी तरह इन्हां जिम्मेवारियों तो छुटकारा चाहता है। अगे है कवि अपनी प्रेमिका नूं की कहना चाहता है? कवि अपनी प्रेमिका नूं कहना चाहता है, 6 नंबर प्रश्न है, कि अज उसका घड़ा कोई ननान नहीं बदलती सगों उसनूं धोखा देने घड़ा वो आप ही बदल लैंदी है। वो उसके पट्ट का मांस सोहनी दे उल्ट स्वाद नाल खांदी है। वो उस लई हीर वांग चूरी भी कुटदी है पर वो नाल ही उसनूं अपने प्यार का दुश्मन है। इस करके उन्होंने प्रेम के हिस्से का नाम ही बदल देना चाहिए है। प्रश्न नंबर 7, कवि अपनी पत्नी को मिल के की कहना चाहता है? कवि अपनी पत्नी को मिल के कहना चाहता है कि बंदा वो बाप रोला जो शरीर की कैद में मंदिया इस दी लोड़ां पूरीआं करने वाल रुचित रहिंदा है। कवि अनुसार जदों बच्चों को जाएगा तो उस तो की पूछणगे? कवि अनुसार जदों बच्चों को जाएगा तो उसनूं पूछणगे कि पिता जो कुछ अपने इन्हां थावां उत्ते छड्ड आया उसने इकट्ठा कर लिया। प्रश्न नंबर 9, सवालिया फिक्रे कविता अनुसार किहड़े विचार कवि नूं जकड़ते जा रहे हैं? इस कविता के अनुसार माता पिता, दोस्त, प्रेमिका, पत्नी के बच्चों के संबंध जिहड़े उसका मन उत्ते उड़ते स्वै केंद्रित विचार उसनूं जकड़ते जा रहे हैं। प्रश्न नंबर 10, बलदा प्रश्न कविता का विशा की है? बलदा प्रश्न कविता का विशा व्यंग मौलिक विधि राਹੀਂ ये विचार पेश करना है कि जिस नवीं पश्चिमी सभ्यता को अपना के असीं विकसित खुआन का दावा कर रहे हैं साडे पुरातन लोगों की नज़र नैतिकता तो सख नहीं है। वर्तमान लोग इसनूं किसी काम की नहीं समझते। अगली पीढ़ी आउण ते इस शिखर उत्ते पुज्जी दी बेगानगी के भाव प्रबल कर रही है।
ਸਟੂਡੈਂਟ ਅੱਜ ਇੰਨਾ ਹੀ, ਕੱਲ੍ਹ ਨੂੰ ਜਿਹੜੇ ਪ੍ਰੈਸ਼ਰ ਰਹਿ ਗਏ ਤੇ ਜਾਂ ਕੋਈ ਹੋਰ ਨਵਾਂ ਕੰਮ ਕਰਾਂਗੇ ਅੱਗੇ।